ਪ੍ਰਭ ਦੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਪੰਜਵਾਂ। ਅਨਕ ਜੋਨ ਭਰਮੈ ਜੋਨ ਮਾਹੇ, ਹਰ ਸਿਮਰਨ ਬਿਨ ਨਰਕ ਪਾਏ। ਭਗਤ ਵਿਹੂਣਾ ਖੰਡ ਖੰਡ, ਬਿਨ ਬੂਝੈ ਜਮ ਦੇਤ ਡੰਡ। ਗੋਵਿੰਦ ਭਜਨ ਮੇਰਾ ਸਦਾ ਮੀਤ, ਸਾਚ ਸ਼ਬਦ ਕਰ ਸਦਾ ਪ੍ਰੀਤ ਰਹਾਓ। ਸੰਤੋਖ ਨ ਆਵਤ ਕਾਹੂ ਕਾਜ, ਧੂਮ ਬਾਦਰ ਸਭ ਮਾਇਆ ਲਾ ਸਾਜ। ਪਾਪ ਕਰੰਤੋ ਨਹਿ ਸੰਗਾਏ, ਬਿਖ ਕਾ ਮਾਤਾ ਆਵੈ ਜਾਏ। ਹਉ ਹਉ ਕਰਤਾ ਬੱਧੇ ਵਿਕਾਰ, ਮੋਹ ਲੋਭ ਡੂਬੋ ਸੰਸਾਰ। ਕਾਮ ਕ੍ਰੋਧ ਮਨ ਵਸ ਕੀਆ, ਸੁਫਨੈ ਨਾਮ ਨਾ ਹਰਿ ਕਾ ਲੀਆ। ਕਬ ਹੀ ਰਾਜਾ ਕਬ ਮੰਗਨਹਾਰ, ਦੁਖ ਸੁਖ ਬਾਧੋ ਸੰਸਾਰ। ਮਨ ਉਦਰਨ ਕਾ ਸਾਚ ਸਾਜ ਨਾਹੀਂ, ਪਾਪ ਬੰਧਨ ਨਿਤ ਪੌਤ ਜਾਹੇ। ਈਠ ਮੀਤ ਕੋਊ ਸਖਾ ਨਾਹੀਂ, ਆਪ ਬੀਜ ਆਪੇ ਹੀ ਖਾਹੇ। ਜਾਂ ਕੈ ਕੀਨੈ ਹੋਤ ਵਿਕਾਰ, ਸੇ ਛੋੜ ਚੱਲਿਆ ਖਿਨ ਮਹਿ ਗਵਾਰ। ਮਾਇਆ ਮੋਹ ਬਹੁ ਭਰਮਿਆ, ਕਿਰਤ ਲੇਰੇਖ ਕਰ ਕਰਮਿਆ। ਕਰਨੇਹਾਰ ਅਲਪਤ ਆਪ, ਨਹੀਂ ਲੋਭ ਪ੍ਰਭ ਪੁੰਨ ਪਾਪ। ਰਾਖ ਲਿਹੋ ਗੋਬਿੰਦ ਦਿਆਲ, ਤੇਰੀ ਸ਼ਰਨ ਪੂਰਨ ਕਿਰਪਾਲ। ਤੁਧ ਬਿਨ ਦੂਜਾ ਨਾਹੀ ਠਾਓ, ਕਰ ਕਿਰਪਾ ਪ੍ਰਭ ਦੇਹੋ ਨਾਓ। ਤੂੰ ਕਰਤਾ ਤੂੰ ਕਰਨੇਹਾਰ, ਤੂੰ ਊਚਾ ਤੂੰ ਬਹੁ ਅਪਾਰ। ਕਰ ਕਿਰਪਾ ਲੜ ਲੇਹੋ ਲਾਏ, ਨਾਨਕ ਦਾਸ ਪ੍ਰਭ ਕੀ ਸਰਨਾਏ। ਕਰ ਕਿਰਪਾ ਲੜ ਲੇਹੋ ਲਾਏ, ਨਾਨਕ ਦਾਸ ਪ੍ਰਭ ਕੀ ਸਰਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1192-93 ਤੋਂ ਗੁਰੂ ਜੀ ਸੇਵਾ ਲੈ ਰਹੇ ਹੈ। ਹੇ ਸੱਚੇ ਪਿਤਾ ਵਾਹਿਗੁਰੂ, ਦੋ ਹੱਥ ਜੋੜ ਕਰੂੰ ਅਰਦਾਸ, ਤੁਧ ਭਾਵੈ ਤਾਂ ਆਵੈ ਰਾਸ। ਵਾਹਿਗੁਰੂ ਮਿਹਰ ਕਰੋ, ਮਿਹਰਾਂ ਦੇ ਦਾਤੇ, ਸ਼ਬਦ ਦੀ ਵਿਚਾਰ ਕਰਵਾਓ। ਸੱਚੇ ਪਿਤਾ ਜੀਓ, ਆਪ ਸਭ ਕੁਛ ਕਰਨ ਕਰਾਵਨ ਦੇ ਯੋਗ ਹੋ। ਵਾਹਿਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਬਦ ਦੀ ਵਿਚਾਰ ਕਰਵਾਓ। ਸੱਚੇ ਪਿਤਾ ਜੀਓ। ਵਾਹਿਗੁਰੂ। ਬਸੰਤ ਮਹੱਲਾ ਪੰਜਵਾਂ। ਅਨਕ ਜਨਮ ਭਰਮੈ ਜੋਨ ਮਾਹੇ, ਹਰ ਸਿਮਰਨ ਬਿਨ ਨਰਕ ਪਾਹੇ। ਭਗਤ ਵਿਹੂਣਾ ਖੰਡ ਖੰਡ, ਬਿਨ ਬੂਝੈ ਜਮ ਦੇਹ ਡੰਡ। ਗੁਰੂ ਜੀ ਸਾਨੂੰ ਸਮਝਾ ਰਹੇ ਹੈ, ਜੀਵ ਅਨੇਕਾਂ ਜਨਮ ਜੂਨਾਂ ਵਿੱਚ ਭੌਂਦੇ ਫਿਰਦੇ ਹਨ।
ਜੀਵ ਅਨੇਕਾਂ ਹੀ ਜਨਮਾਂ ਅਤੇ ਜੂਨਾਂ ਵਿੱਚ ਵਾਰ-ਵਾਰ ਭੌਂਦੇ ਫਿਰਦੇ ਹੈ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਨਰਕ ਵਿੱਚ ਪਏ ਰਹਿੰਦੇ ਹਨ। ਭਗਤੀ ਤੋਂ ਬਿਨਾਂ ਜੀਵ ਤਕਲੀਫਾਂ ਵਿੱਚ ਪਿਆ ਰਹਿੰਦਾ ਹੈ। ਜਿੰਨੀ ਦੇਰ ਉਸ ਪ੍ਰਭੂ ਪਰਮਾਤਮਾ ਦੇ ਨਾਲ ਨਹੀਂ ਜੁੜਦਾ, ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਰਾਮ ਦਾ ਸਿਮਰਨ ਨਹੀਂ ਕਰਦਾ, ਉਸ ਅਕਾਲ ਪੁਰਖ ਨਿਰੰਕਾਰ ਨੂੰ ਯਾਦ ਨਹੀਂ ਕਰਦਾ, ਜੋ ਇੱਕ ਹੈ ਨਾਮ ਅਨੇਕ ਹਨ, ਤਾਂ ਗੁਰੂ ਜੀ ਕਹਿੰਦੇ ਭਾਈ ਉਹ ਜੀਵ ਤਕਲੀਫਾਂ ਵਿੱਚ ਪਿਆ ਰਹਿੰਦਾ ਹੈ, ਵਾਰ-ਵਾਰ ਤਰ੍ਹਾਂ-ਤਰ੍ਹਾਂ ਦੀਆਂ ਜੂਨਾਂ ਵਿੱਚ ਭੌਂਦਾ ਫਿਰਦਾ ਹੈ। ਭਗਤੀ ਤੋਂ ਬਿਨਾਂ ਦੁੱਖ ਸਹਾਰਦਾ ਫਿਰ ਇੱਥੇ, ਤੇ ਜ਼ਿੰਦਗੀ ਦੇ ਟੀਚੇ ਨੂੰ ਸਮਝੇ ਬਿਨਾਂ ਜਮਰਾਜ ਵੀ ਉਹਨਾਂ ਨੂੰ ਸਜ਼ਾ ਦਿੰਦਾ ਹੈ। ਹੁਣ ਜ਼ਿੰਦਗੀ ਦਾ ਟੀਚਾ ਕੀ ਹੈ? ਇੱਕ ਪ੍ਰਭੂ ਪਰਮਾਤਮਾ ਨੂੰ ਮਿਲਣਾ। ਮਨੁੱਖਾ ਜਨਮ ਮਿਲਿਆ ਹੀ ਸਾਨੂੰ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਹੈ। ਸਾਡਾ ਟੀਚਾ ਹੀ ਇਹ ਹੈ। ਤੇ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਆ ਭਾਈ, ਜਿਹੜਾ ਆਪਦੇ ਜ਼ਿੰਦਗੀ ਦਾ ਟੀਚਾ ਨਹੀਂ ਸਮਝਦਾ, ਜਿਹੜਾ ਇਹ ਨਹੀਂ ਸਮਝਦਾ ਵੀ ਮੈਂ ਆਇਆ ਕਿਸ ਵਾਸਤੇ ਆ, ਮੈਨੂੰ ਮਨੁੱਖਾ ਜਨਮ ਕਾਸ ਵਾਸਤੇ ਮਿਲਿਆ, ਤੇ ਕਹਿੰਦੇ ਭਾਈ ਉਹ ਫਿਰ ਜਮਾਂ ਦੇ ਧੱਕੇ ਖਾਂਦਾ, ਜਮਰਾਜ ਉਹਨਾਂ ਨੂੰ ਸਜ਼ਾ ਦਿੰਦੇ ਆ। ਗੋਬਿੰਦ ਭਜਨ ਮੇਰਾ ਗੋਬਿੰਦ ਭਜਨ ਮੇਰੇ ਸਦਾ ਮੀਤ, ਸਾਚ ਸ਼ਬਦ ਕਰ ਸਦਾ ਪ੍ਰੀਤ। ਗੁਰੂ ਜੀ ਕਹਿੰਦੇ ਹੇ ਮੇਰੇ ਮਿੱਤਰ, ਸਦਾ ਗੋਬਿੰਦ ਦਾ ਭਜਨ ਕਰਿਆ ਕਰ। ਇਹ ਮੇਰੇ ਮਿੱਤਰ ਕਿੰਨੇ ਪਿਆਰ ਨਾਲ ਸਾਨੂੰ ਸਮਝਾਉਂਦੇ ਆ ਭਾਈ, ਤੂੰ ਸਦਾ ਉਸ ਗੋਬਿੰਦ, ਉਸ ਨਿਰੰਕਾਰ, ਉਸ ਅਕਾਲ ਪੁਰਖ ਦਾ ਭਜਨ ਕਰਿਆ ਕਰ, ਤੂੰ ਉਸ ਨੂੰ ਯਾਦ ਕਰਿਆ ਕਰ, ਜੋ ਇੱਕ ਹੈ ਤੇ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਭਾਈ, ਜਿਸ ਦੇ ਕੀਤਿਆਂ ਹੀ ਸਭ ਕੁਝ ਹੁੰਦਾ, ਜਿਸ ਤੋਂ ਬਾਹਰ ਕੁਛ ਵੀ ਨਹੀਂ, ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਉਸ ਦੀ ਰਜ਼ਾ ਤੋਂ ਬਿਨਾਂ। ਭਾਈ ਤੂੰ ਉਸ ਨੂੰ ਯਾਦ ਕਰਿਆ ਕਰ, ਉਸ ਨੂੰ ਸਿਮਰਿਆ ਕਰ ਮੇਰੇ ਮਿੱਤਰ, ਸੱਚੇ ਪ੍ਰਭੂ ਨਾਲ ਸਦਾ ਪ੍ਰੇਮ ਕਰਿਆ ਕਰ, ਤੂੰ ਉਸ ਵਾਹਿਗੁਰੂ ਦੇ ਕੀਤੇ ਨੂੰ ਯਾਦ ਕਰ, ਉਹਦੀਆਂ ਬਖਸ਼ਿਸ਼ਾਂ ਨੂੰ ਵੇਖ, ਤੇਰੇ ਤੇ ਕਿੰਨੀ ਵੱਡੀ ਬਖਸ਼ਿਸ਼ ਕਰਕੇ ਉਹਨੇ ਤੈਨੂੰ ਮਨੁੱਖਾ ਜਨਮ ਦਿੱਤਾ। ਜਦੋਂ ਤੂੰ ਉਹਦੀਆਂ ਬਖਸ਼ਿਸ਼ਾਂ ਵੇਖੇਗਾ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਤੇਰੇ ਤੇ ਹੋਈਆਂ ਰਹਿਮਤਾਂ ਨੂੰ ਵੇਖੇਗਾ ਭਾਈ, ਤਾਂ ਫਿਰ ਤੇਰੀ ਆਪਣੇ ਉਸ ਦੇ ਨਾਲ ਤੇਰੇ ਅੰਦਰ ਆਪਣੇ ਆਪ ਪ੍ਰੇਮ ਬਣੂਗਾ। ਇਸ ਮਨ ਨੂੰ ਕਹਾਂਗੇ, ਇਹ ਮਨ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰ ਜਿਸ ਨੇ ਤੈਨੂੰ ਮਨੁੱਖਾ ਜਨਮ ਦਿੱਤਾ। ਤੂੰ ਆਇਆ ਕਿਸ ਵਾਸਤੇ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਉਹ ਪ੍ਰਭੂ ਪਰਮਾਤਮਾ ਨਾਲ ਇੱਕ ਮਿੱਕ ਹੋਣ ਵਾਸਤੇ ਆਇਆ, ਤੇ ਤੂੰ ਉਸ ਨੂੰ ਜਾਣ, ਤੂੰ ਉਸ ਦੇ ਨਾਲ ਜਾਣ ਪਛਾਣ ਕਰ। ਰਹਾਓ ਸੰਤੋਖ ਨ ਆਵਤ ਕਾਹੂ ਸਾਜ, ਧੂਮ ਬਾਦਰ ਸਭ ਮਾਇਆ ਸਾਜ, ਪਾਪ ਕਰੰਤੋ ਨਹਿ ਸੰਗਾਏ, ਬਿਖਕਾ ਮਾਤਾ ਆਵੈ ਜਾਏ। ਹੁਣ ਗੁਰੂ ਜੀ ਸਾਨੂੰ ਸਮਝਾਉਂਦੇ ਆ, ਕਿਸੇ ਵੀ ਕੰਮ 'ਚ ਮਨੁੱਖ ਨੂੰ ਸਬਰ ਨਹੀਂ ਹੁੰਦਾ। ਸੰਤੋਖ ਨ ਆਵਤ ਕਾਹੂ ਕਾਜ, ਕੋਈ ਵੀ ਕੰਮ ਦੇ ਵਿੱਚ ਮਨੁੱਖ ਨੂੰ ਜਦੋਂ ਉਹ ਆਪਣੀ ਮਤ ਦੇ ਅਨੁਸਾਰ ਕਰਦਾ, ਮਨ ਮੁੱਖ ਬਣ ਕੇ ਜਦੋਂ ਕੋਈ ਵੀ ਕੰਮ ਕਰਦਾ, ਤਾਂ ਕਹਿੰਦੇ ਉਹਨੂੰ ਸਬਰ ਨਹੀਂ ਹੁੰਦਾ। ਆਪਣੇ ਕੰਮ ਵਿੱਚ ਕਿਸੇ 'ਚ ਕਰਕੇ ਉਹਨੂੰ ਸਬਰ ਸੰਤੋਖ ਨਹੀਂ ਹੁੰਦਾ। ਧੂਮ ਬਾਦਰ ਸਭ ਮਾਇਆ ਸਾਜ, ਜਿਵੇਂ ਧੂਏ ਦਾ ਬੱਦਲ ਹੁੰਦਾ, ਜਦੋਂ ਧੂੰਆਂ ਨਿਕਲਦਾ ਚੁੱਲ੍ਹੇ ਦੇ ਵਿੱਚੋਂ ਤਾਂ ਸਾਨੂੰ ਕਿੰਨਾ ਸੰਘਣਾ ਸੰਘਣਾ ਦਿਸਦਾ, ਬੱਦਲ ਉੱਪਰ ਨੂੰ ਅਸਮਾਨ ਅੰਨੀ ਨੂੰ ਜਾਂਦਾ, ਪਰ ਉੱਤੇ ਜਾ ਕੇ ਇੱਕ ਹਵਾ ਦਾ ਬੁੱਲਾ ਆ ਜੇ ਤਾਂ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਧੂੰਆਂ ਜਿਹੜਾ ਚੁੱਲ੍ਹੇ ਦੇ ਵਿੱਚੋਂ ਨਿਕਲ ਕੇ ਹੁਣ ਉੱਪਰ ਨੂੰ ਜਾ ਰਿਹਾ ਸੀ ਉਹ ਕਿੱਧਰ ਗਿਆ। ਗੁਰੂ ਜੀ ਨੇ ਸਾਨੂੰ ਸਮਝਾਉਣ ਵਾਸਤੇ ਜੋ ਰੂਟੀਨ ਵਿੱਚ ਉਦੋਂ ਚੀਜ਼ਾਂ ਰੋਜ਼ ਲੋਕ ਘਰਾਂ ਦੇ ਵਿੱਚ ਵਰਤਦੇ ਸੀ, ਉਹਨਾਂ ਦੀ ਉਦਾਹਰਨ ਦਿੱਤੀ ਹੈ ਸਾਨੂੰ ਸਮਝਾਉਣ ਵਾਸਤੇ, ਵੀ ਕਿਤੇ ਇਸ ਮਨੁੱਖ ਦਾ ਭਲਾ ਹੋ ਜੇ, ਮਨੁੱਖ ਸਮਝ ਜੇ। ਗੁਰੂ ਜੀ ਕਹਿੰਦੇ ਭਾਈ ਧੂਮ ਬਾਦਲ ਸਭ ਮਾਇਆ ਸਾਜ, ਮਾਇਆ ਦੇ ਬਸ ਇੱਕ ਰੰਗ ਹੈ ਨਾ, ਜਿਹੜੇ ਮਾਇਆ ਦੀ ਜਿਹੜੀ ਤ੍ਰਿਸ਼ਨਾ ਸਾਨੂੰ ਲੱਗੀ ਰਹਿੰਦੀ ਹੈ, ਜਿਹੜੇ ਅਸੀਂ ਮਾਇਆ ਦੇ ਵਿੱਚ ਪਏ ਰਹਿੰਦੇ ਹਾਂ ਵੀ ਮਾਇਆ ਨਾਲ ਹੀ ਸਾਨੂੰ ਸ਼ਾਇਦ ਦਿਖਾਉਣੀ ਸੁੱਖ ਆਊਗਾ। ਇਹ ਮਾਇਆ ਦੇ ਕਰਕੇ ਸਾਨੂੰ ਸਾਰੇ ਸੁੱਖ ਮਿਲਣਗੇ। ਹਰ ਇੱਕ ਮਨੁੱਖ ਨੂੰ ਮਾਇਆ ਦੀ ਚਾਹਤ ਹੁੰਦੀ ਹੈ,
ਪਰ ਗੁਰੂ ਜੀ ਕਹਿੰਦੇ ਇਹ ਮਾਇਆ ਦਾ ਭਾਈ ਕੀ ਚੀਜ਼ ਹੈ? ਮਾਇਆ ਇੱਕ ਧੂਏ ਦੇ ਬੱਦਲ ਵਾਂਗ ਹੈ। ਧੂਏ ਦਾ ਬੱਦਲ ਕਿੰਨੀ ਕੁ ਦੇਰ ਤੱਕ ਇਕੱਠਾ ਹੋ ਕੇ ਰਹਿ ਸਕਦਾ? ਕਿੰਨੀ ਕੁ ਦੇਰ ਤੱਕ ਉਹ ਬੱਦਲ ਸਾਨੂੰ ਦਿਸਦਾ ਧੂਏ ਦਾ? ਗੁਰੂ ਜੀ ਕਹਿੰਦੇ ਸਭ ਬਸ ਮਾਇਆ ਦੀ ਖੇਡ ਇਸੇ ਤਰ੍ਹਾਂ ਜਾਣ ਤੂੰ ਭਾਈ। ਧੂਮ ਬਾਦਰ ਸਭ ਮਾਇਆ ਸਾਜ, ਪਾਪ ਕਰਨ ਤੋਂ ਨਹਿ ਸੰਗਾਏ, ਬਿਖ ਕਾ ਮਾਤਾ ਆਵੈ ਜਾਏ। ਗੁਰੂ ਜੀ ਕਹਿੰਦੇ ਜਿਹੜੀ ਮਾਇਆ ਦੇ ਪਿੱਛੇ ਤੂੰ ਲੱਗਿਆ ਫਿਰਦਾ ਭਾਈ, ਇਹ ਮਾਇਆ ਦਾ ਤਮਾਸ਼ਾ ਤਾਂ ਹਵਾ ਦੇ ਬੁੱਲੇ ਨਾਲ ਉੱਡ ਜਾਣ ਵਾਲਾ ਹੈ। ਜਿਵੇਂ ਧੂਏ ਦਾ ਬੱਦਲ ਬਿਖਰ ਜਾਂਦਾ, ਇੱਕ ਥੋੜ੍ਹੀ ਜਿਹੀ ਹਵਾ ਆਉਂਦੀ ਹੈ, ਖਿੱਲਰ ਜਾਂਦਾ, ਦਿਸਣੋਂ ਹਟ ਜਾਂਦਾ। ਕਹਿੰਦੇ ਪਾਪ ਕਰਦਾ ਮਨੁੱਖ ਬਿਲਕੁਲ ਸ਼ਰਮ ਨਹੀਂ ਮੰਨਦਾ। ਜੇ ਪਾਪ ਕਰਕੇ ਵੀ ਮਾਇਆ ਇਕੱਠੀ ਹੁੰਦੀ ਹੈ ਨਾ, ਬਿਲਕੁਲ ਸੰਕੋਚ ਨਹੀਂ ਕਰਦਾ ਪਾਪ ਕਰਨ ਤੋਂ। ਪਾਪ ਕਰਨ ਤੋਂ ਨਹਿ ਸੰਗਾਏ, ਬਿਲਕੁਲ ਸ਼ਰਮ ਨਹੀਂ ਮਹਿਸੂਸ ਕਰਦਾ। ਬਸ ਪੈਸਾ ਆਉਣਾ ਚਾਹੀਦਾ, ਪਾਪ ਵੀ ਕਰਨਾ ਕੋਈ ਵੱਡੀ ਗੱਲ ਨਹੀਂ, ਪਾਪ ਵੀ ਕਰ ਦਿੰਦਾ ਇੱਕ ਮਾਇਆ ਦੀ ਖਾਤਰ, ਜਿਹੜਾ ਧੂਏ ਦੇ ਬੱਦਲ ਵਾਂਗ ਹੈ ਮਾਇਆ ਤਾਂ। ਗੁਰੂ ਜੀ ਕਹਿੰਦੇ ਫਿਰ ਬੁਰਾਈਆਂ ਵਿੱਚ ਮਸਤ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਵਾਹਿਗੁਰੂ ਬਿਖ ਕਾ ਮਾਤਾ ਆਵੈ ਜਾਏ। ਬਿਖ ਮਾਇਆ ਨੂੰ ਵੀ ਬਿਖ ਕਹਿ ਦਿੰਦੀ ਹੈ ਤੇ ਬੁਰੇ ਕੰਮ ਵੀ ਬਿਖ ਹੈ। ਇੱਕ ਜ਼ਹਿਰ ਦੇ ਸਮਾਨ ਕੰਮ ਕਰ ਦਿੰਦਾ ਤੇ ਫਿਰ ਇਹਨਾਂ ਕੰਮਾਂ ਦੇ ਵਿੱਚ ਫਸਿਆ ਵਾ। ਇਹੋ ਜਿਹੀਆਂ ਪੈਸਾ ਕਮਾਉਣ ਵਿੱਚ ਇਹੋ ਜਿਹੇ ਢੰਗ ਤਰੀਕਿਆਂ ਦੇ ਨਾਲ ਪੈਸਾ ਕਮਾਉਂਦਾ ਕਿ ਉਹ ਇਸ ਕਸੂਤਾ ਫਸ ਕੇ ਫਿਰ ਆਉਣ ਜਾਣ ਦਾ ਚੱਕਰ ਬਣ ਜਾਂਦਾ, ਜਨਮਾਂ ਦੇ ਵਿੱਚ ਭਟਕਦਾ ਫਿਰਦਾ, ਸਿਰਫ ਇੱਕ ਮਾਇਆ ਦੀ ਖਾਤਰ, ਜਿਹੜੀ ਮਾਇਆ ਇੱਕ ਧੂਏ ਦੇ ਬੱਦਲ ਵਾਂਗ ਬਿਖਰ ਜਾਂਦੀ ਹੈ। ਹਉ ਹਉ ਕਰਤਾ ਬੱਧੇ ਵਿਕਾਰ, ਮੋਹ ਲੋਭ ਡੂਬੋ ਸੰਸਾਰ, ਕਾਮ ਕ੍ਰੋਧ ਮਨ ਵਸ ਕੀਆ, ਸੁਫਨੈ ਨਾਮ ਨਾ ਹਰ ਲੀਆ। ਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਕਦੇ ਸੁਪਨੇ ਵਿੱਚ ਵੀ ਪਰਮੇਸ਼ਰ ਦਾ ਨਾਮ ਨਹੀਂ ਸਿਮਰਦਾ, ਵਾਹਿਗੁਰੂ, ਜਿਹੜਾ ਉਸ ਅਕਾਲ ਪੁਰਖ ਨੂੰ ਯਾਦ ਨਹੀਂ ਕਰਦਾ, ਹੰਕਾਰ ਕਰਦਿਆਂ ਉਸ ਦੇ ਅੰਦਰ ਵਿਕਾਰ ਵੱਧ ਜਾਂਦੇ ਆ। ਸਾਧ ਸੰਗਤ ਜੀ, ਜੇ ਅਸੀਂ ਪ੍ਰਭੂ ਪਰਮਾਤਮਾ ਨੂੰ ਯਾਦ ਕਰਾਂਗੇ, ਸ਼ਬਦ ਪੜਾਂਗੇ, ਗੁਰਬਾਣੀ ਸੁਣਾਂਗੇ, ਫੇਰ ਹੀ ਪਤਾ ਲੱਗਦਾ ਨਾ ਵੀ ਕੀ ਪਾਪ ਹੈ ਤੇ ਕੀ ਪੁੰਨ ਹੈ, ਕੀ ਸਹੀ ਹੈ ਤੇ ਕੀ ਗਲਤ ਹੈ। ਜਦੋਂ ਪਰਮਾਤਮਾ ਦਾ ਨਾਮ ਹੀ ਨਾ ਸਿਮਰਿਆ, ਉਸ ਵਾਹਿਗੁਰੂ ਨੂੰ ਯਾਦ ਹੀ ਨਾ ਕੀਤਾ, ਆ ਵੀ ਮੈਂ ਕੀਤਾ, ਆ ਵੀ ਮੈਂ ਕੀਤਾ, ਆਪਣੇ ਹੰਕਾਰ ਦੇ ਵਿੱਚ ਹੀ ਬੰਦਾ ਤੁਰਿਆ ਫਿਰਦਾ। ਤੇ ਕਹਿੰਦੇ ਭਾਈ ਗੁਰੂ ਜੀ ਕਹਿੰਦੇ ਫਿਰ ਉਹ ਆਪਣੇ ਆਪ ਵਿੱਚ ਹੀ ਪਰਮਾਤਮਾ ਨੂੰ ਭੁੱਲ ਕੇ ਆਪਣੇ ਹੰਕਾਰ ਵਿੱਚ ਹੀ ਆਪਣੇ ਵਿਕਾਰ ਵਧਾਉਂਦਾ ਰਹਿੰਦਾ, ਅੰਦਰ ਉਹਦੇ ਅੰਦਰ ਵਿਕਾਰ ਵੱਧਦੇ ਰਹਿੰਦੇ ਆ। ਉਹ ਸੰਸਾਰ ਦੇ ਮੋਹ ਦੇ ਲੋਭ ਵਿੱਚ ਡੁੱਬਾ ਰਹਿੰਦਾ ਹੈ। ਉਹ ਆਪਣੇ ਧੀਆਂ ਪੁੱਤਾਂ ਦੇ ਨਾਲ ਹੋ ਗਿਆ, ਹੋਰ ਪੈਸਾ ਕਮਾਉਣ ਦੇ ਕੰਮਾਂ ਦੇ ਵਿੱਚ ਸਾਰੀ ਦਿਹਾੜੀ ਲੱਗਿਆ ਰਿਹਾ, ਪਰਮਾਤਮਾ ਨੇ ਧਿਆਨ ਹੀ ਨਾ ਕੀਤਾ। ਗੁਰੂ ਜੀ ਕਹਿੰਦੇ ਉਹ ਫਿਰ ਲੋਭ ਤੇ ਮੋਹ ਵਿੱਚ ਹੀ ਡੁੱਬਿਆ ਰਹਿੰਦਾ। ਉਸਨੂੰ ਪਰਮਾਤਮਾ ਯਾਦ ਕਰਨ ਦਾ ਤਾਂ ਟਾਈਮ ਹੀ ਨਹੀਂ ਲੱਗਦਾ, ਕਿਉਂਕਿ ਮਨ ਨੇ ਵਾਹਿਗੁਰੂ ਨੂੰ ਯਾਦ ਕਰਨਾ ਤੇ ਮਨ ਸਾਰੀ ਦਿਹਾੜੀ ਇਹ ਪੈਸੇ ਕਮਾਉਣ ਦੀਆਂ ਸਕੀਮਾਂ ਬਣਾਉਂਦਾ ਰਹਿੰਦਾ। ਕਾਮ ਕ੍ਰੋਧ ਮਨ ਵਸ ਕੀਆ, ਫਿਰ ਕ੍ਰੋਧ ਵੀ ਤੇ ਕਾਮ ਵੀ ਉਸਨੂੰ ਆਪਣੇ ਅਧੀਨ ਕਰ ਲੈਂਦਾ। ਕਾਮ ਵਾਸ਼ਨਾ ਤੇ ਕ੍ਰੋਧ ਨੇ ਉਸ ਦਾ ਮਨ ਆਪਣੇ ਕਾਬੂ ਵਿੱਚ ਕੀਤਾ ਹੁੰਦਾ। ਪਰਮਾਤਮਾ ਨੂੰ ਯਾਦ ਕਰਨ ਦਾ ਟਾਈਮ ਹੀ ਨਹੀਂ ਲੱਗਦਾ, ਇਹ ਚੀਜ਼ਾਂ ਹੈ ਵੀ ਹੋ ਜਾਂਦੀਆਂ। ਗੁਰੂ ਜੀ ਕਹਿੰਦੇ ਸੁਫਨੇ ਨਾਮ ਨਾ ਹਰ ਕਾ ਲੀਆ, ਸੁਫਨੇ ਵਿੱਚ ਵੀ ਉਹਨੂੰ ਪ੍ਰਭੂ ਪਰਮਾਤਮਾ ਯਾਦ ਨਹੀਂ ਆਉਂਦਾ। ਕਬ ਹੀ ਰਾਜਾ ਕਬ ਮੰਗਨਹਾਰ, ਦੁਖ ਸੁਖ ਬਾਧੋ ਸੰਸਾਰ, ਮਨ ਉਦਰਨ ਕਾ ਸਾਚ ਨਾਹੇ, ਮਨ ਉਦਰਨ ਕਾ ਸਾਜ ਨਾਹੇ, ਪਾਪ ਬੰਧਨ ਨਿਤ ਬਹੁਤ ਜਾਹੇ। ਗੁਰੂ ਜੀ ਕਹਿੰਦੇ ਮਨੁੱਖ ਕਦੇ ਰਾਈਸ ਬਣ ਜਾਂਦਾ, ਕਦੇ ਬਹੁਤ ਅਮੀਰ ਬਣ ਜਾਂਦਾ, ਤਕੜਾ ਬਣ ਜਾਂਦਾ, ਅਤੇ ਕਦੇ ਸੜਕਾਂ 'ਤੇ ਮੰਗਣ ਵਾਲਾ ਮੰਗਤਾ ਬਣ ਜਾਂਦਾ। ਇਹ ਸਭ ਉਸ ਪ੍ਰਭੂ ਪਰਮਾਤਮਾ ਦੇ ਤਮਾਸ਼ੇ, ਰੰਗ ਤਮਾਸ਼ੇ ਆ ਭਾਈ। ਉਹ ਆਪਣੇ ਕੀਤੇ ਕਰਮਾਂ ਅਨੁਸਾਰ ਕਦੇ ਤਾਂ ਗੁਰੂ ਜੀ ਕਹਿੰਦੇ ਉਹ ਬਹੁਤ ਅਮੀਰ ਬਣ ਜਾਂਦਾ ਅਤੇ ਕਦੇ ਸੜਕਾਂ 'ਤੇ ਮੰਗਣ ਵਾਲਾ ਮੰਗਤਾ ਬਣ ਜਾਂਦਾ।
ਇਸੇ ਤਰ੍ਹਾਂ ਸਾਰਾ ਸੰਸਾਰ ਦੁੱਖ ਸੁੱਖ ਵਿੱਚ ਫਸਿਆ ਹੋਇਆ ਹੈ। ਇਹ ਆਪਣੇ ਮਨ ਨੂੰ ਵਿਕਾਰਾਂ ਤੋਂ ਬਚਾਉਣ ਦਾ ਕੋਈ ਕੰਮ ਨਹੀਂ ਕਰਦਾ ਤੇ ਨਿਤ ਪਾਪਾਂ ਦੇ ਬੰਧਨਾਂ ਵਿੱਚ ਪਿਆ ਰਹਿੰਦਾ ਹੈ। ਗੁਰੂ ਜੀ ਕਹਿੰਦੇ ਇਸ ਮਨ ਨੂੰ ਵਾਹਿਗੁਰੂ ਦੇ ਨਾਮ ਵਾਲੀ ਸਾਈਡ ਲਾਉਂਦਾ ਹੀ ਨਹੀਂ, ਕਿਉਂਕਿ ਵਿਕਾਰਾਂ ਤੋਂ ਬਚਾਉਣ ਵਾਲਾ ਤਾਂ ਇੱਕ ਪਰਮਾਤਮਾ ਦਾ ਨਾਮ ਹੈ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਾਂਗੇ, ਨਾਮ ਸੁਣਾਂਗੇ ਤਾਂ ਸਾਡਾ ਮਨ ਸਮਝ ਸਕਦਾ ਹੈ ਕਿ ਮੈਂ ਕਰਨ ਕੀ ਆਇਆ ਤੇ ਕਰ ਕੀ ਰਿਹਾ। ਉਹ ਵਾਹਿਗੁਰੂ ਦੀ ਯਾਦ ਵਿੱਚ ਲੱਗ ਸਕਦਾ। ਪਰ ਗੁਰੂ ਜੀ ਕਹਿੰਦੇ ਜਦੋਂ ਭਾਈ ਇਹ ਲੱਗਿਆ ਹੀ ਮਾਇਆ ਕਮਾਉਣ ਵਿੱਚ ਹੈ, ਲੋਭ ਮੋਹ ਹੰਕਾਰ ਵਿੱਚ ਫਸਿਆ ਫਿਰਦਾ ਤੇ ਪਰਮਾਤਮਾ ਦਾ ਨਾਮ ਜਪਣ ਦਾ ਤਾਂ ਇਹਨੂੰ ਯਾਦ ਹੀ ਨਹੀਂ ਆਉਂਦਾ। ਇਹ ਹੋਰ ਬੰਧਨਾਂ ਵਿੱਚ ਪੈ ਕੇ ਨਿਤ ਨਵੇਂ ਨਵੇਂ ਪਾਪ ਕਰ ਲੈਂਦਾ ਤੇ ਉਹ ਪਾਪ ਹੀ ਇਹਦੇ ਬੰਧਨ ਬਣ ਜਾਂਦੇ ਆ, ਮਾੜੇ ਕੰਮ ਹੀ ਇਹਦੇ ਬੰਧਨ ਬਣ ਜਾਂਦੇ ਆ। ਈਠ ਮੀਤ ਕੋ ਸਖਾ ਨਾਹੇ, ਆਪ ਬੀਜ ਆਪੇ ਹੀ ਖਾਏ, ਜਾ ਕੇ ਕੀਨੈ ਹੋਤ ਬਿਕਾਰ, ਸੇ ਛੋੜ ਚੱਲਿਆ ਖਿਨ ਮਹਿ ਗਵਾਰ। ਵਾਹਿਗੁਰੂ ਗੁਰੂ ਜੀ ਕਹਿੰਦੇ ਸਜ਼ਾ ਵੇਲੇ ਪਿਆਰੇ ਮਿੱਤਰਾਂ ਵਿੱਚੋਂ ਕੋਈ ਵੀ ਸਾਥ ਨਹੀਂ ਦਿੰਦਾ, ਜਿਨ੍ਹਾਂ ਦੀ ਖਾਤਰ ਬੰਦਾ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰਾ ਭੂਲੈ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ। ਗੁਰੂ ਜੀ ਸਾਨੂੰ ਸਮਝਾਉਂਦੇ ਆ ਨਾ ਵੀ ਬਹੁਤ ਢੰਗ ਤਰੀਕਿਆਂ ਕਰਕੇ ਬੰਦਾ ਮਾਇਆ ਲੈ ਕੇ ਆਉਂਦਾ, ਛਲ ਕਪਟ ਕਰਕੇ ਪੈਸਾ ਲੈ ਕੇ ਆਉਂਦਾ, ਪਰ ਅੰਤ ਨੂੰ ਹਿਸਾਬ ਕਿਤਾਬ ਆਪਦੇ ਜੀ ਨੇ ਹੀ ਦੇਣਾ ਹੁੰਦਾ। ਜਿਨ੍ਹਾਂ ਨੂੰ ਲਿਆ ਕੇ ਖਵਾਉਂਦਾ ਨਾ, ਆਪਣੇ ਬਹੁਤ ਪਿਆਰੇ ਸਮਝਦਾ, ਜਿਨ੍ਹਾਂ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ, ਆਪਣੇ ਧੀਆਂ ਪੁੱਤਰਾਂ ਨੂੰ, ਆਪਣੀ ਵਹੁਟੀ ਨੂੰ, ਘਰ ਵਾਲੀ ਨੂੰ, ਸਾਰੀ ਫੈਮਿਲੀ ਨੂੰ, ਜਿਨ੍ਹਾਂ ਨੂੰ ਵੀ ਆਪਣੇ ਜ਼ਿਆਦਾ ਨਜ਼ਦੀਕ ਸਮਝਦਾ, ਪਿਆਰੇ ਸਮਝਦਾ, ਉਹਨਾਂ ਨੂੰ ਲਿਆ ਕੇ ਦਿੰਦਾ ਨਾ। ਪਰ ਗੁਰੂ ਜੀ ਕਹਿੰਦੇ ਅੰਤ ਨੂੰ ਭਾਈ ਤੇਰੇ ਜੀ ਨੇ ਹੀ ਲੇਖਾ ਦੇਣਾ। ਇਹਨਾਂ 'ਚੋਂ ਕੋਈ ਵੀ ਬਰਾਬਰ ਆ ਕੇ ਤੇਰਾ ਸ਼ਰੀਕ ਬਣ ਕੇ ਨਹੀਂ ਖੜਦਾ, ਕੋਈ ਵੀ ਤੇਰਾ ਉੱਥੇ ਆ ਕੇ ਹਿਸਾਬ ਕਿਤਾਬ ਵਿੱਚੋਂ ਆਪਦਾ ਲੇਖਾ ਨਹੀਂ ਦਿੰਦਾ, ਸਿਰਫ ਤੈਨੂੰ ਹੀ ਦੇਣਾ ਪੈਣਾ, ਤੂੰ ਚੰਗਾ ਕੀਤਾ ਜਾਂ ਮਾੜਾ ਕੀਤਾ। ਗੁਰੂ ਜੀ ਕਹਿੰਦੇ ਸਜ਼ਾ ਵੇਲੇ ਪਿਆਰੇ ਮਿੱਤਰਾਂ ਵਿੱਚੋਂ ਕੋਈ ਵੀ ਸਾਥ ਨਹੀਂ ਦਿੰਦਾ, ਜਿਨ੍ਹਾਂ ਦੇ ਕਰਕੇ ਬੰਦਾ ਇਹ ਕੁਛ ਕਰਦਾ। ਈਠ ਮੀਤ ਕੋ ਸਖਾ ਨਾਹੇ, ਕੋਈ ਵੀ ਉੱਥੇ ਸਖਾ ਆਪਦਾ ਜਾ ਕੇ ਨਹੀਂ ਖੜਦਾ, ਆਪੇ ਬੀਜ ਆਪੇ ਹੀ ਖਾਏ। ਐ ਮਨੁੱਖ ਤੂੰ ਸੋਚ ਕੇ ਆਪਣੀ ਇਸ ਖੇਤੀ ਦੇ ਵਿੱਚ ਬੀਜ, ਆਪਣੀ ਕਰਮਾਂ ਦੀ ਖੇਤੀ ਦੇ ਵਿੱਚ ਸੋਚ ਕੇ ਬੀਜ, ਜੋ ਵੀ ਤੂੰ ਬੀਜ ਰਿਹਾ ਹੈ ਤੂੰ ਆਪ ਹੀ ਖਾਣਾ ਹੈ, ਇਸ ਵਿੱਚੋਂ ਕਿਸੇ ਨੇ ਤੇਰਾ ਹਿੱਸਾ ਨਹੀਂ ਬਣਾਉਣਾ। ਹੁਣ ਤੂੰ ਸੋਚ ਕੇ ਬੀਜ, ਤੂੰ ਸੋਚ ਸਮਝ ਕੇ ਬੀਜ। ਵਾਹਿਗੁਰੂ ਨੇ ਤੈਨੂੰ ਮਨੁੱਖਾ ਜਨਮ ਦਿੱਤਾ, ਤੈਨੂੰ ਮਨੁੱਖ ਬਣਾਇਆ, ਤੈਨੂੰ ਸੋਚਣ ਵਾਸਤੇ ਦਿਮਾਗ ਦਿੱਤਾ, ਵੇਖਣ ਵਾਸਤੇ ਅੱਖਾਂ ਦਿੱਤੀਆਂ। ਤੂੰ ਸੋਚ ਸਮਝ ਕੇ ਕਦਮ ਪੁੱਟ। ਤੂੰ ਜੋ ਵੀ ਬੀਜ ਰਿਹਾ ਇਹ ਸੋਚ ਵੀ ਮੈਨੂੰ ਅਗਲੇ ਪਲ ਇਹ ਬੀਜ ਦਾ ਫਲ ਮਿਲ ਹੀ ਜਾਣਾ ਹੈ। ਹਰ ਪੱਕਾ ਇਹ ਨਿਸ਼ਚਾ ਕਰ ਲਾ ਵੀ ਮਿਲਣਾ ਹੀ ਮਿਲਣਾ ਹੈ ਬੀਜ ਮੈਨੂੰ, ਜੋ ਵੀ ਮੈਂ ਬੀਜ ਰਿਹਾ। ਤੇ ਗੁਰੂ ਜੀ ਸਾਨੂੰ ਇੱਥੇ ਬੀਜ ਬੀਜਣ ਵਾਸਤੇ ਸਾਵਧਾਨ ਕਰ ਰਹੇ, ਚੁਕੰਨੇ ਕਰ ਰਹੇ ਹੈ। ਐ ਭਾਈ ਇਹ ਤੂੰ ਖੁਦ ਆਪ ਹੀ ਖਾਣਾ, ਜੋ ਵੀ ਬੀਜਣਾ ਆਪ ਬੀਜ ਆਪੇ ਹੀ ਖਾਏ, ਜਾ ਕੇ ਕੀਨੇ ਹੋਤ ਬਿਕਾਰ, ਸੇ ਛੋੜ ਚੱਲਿਆ ਖਿਨ ਮਹਿ ਗਵਾਰ। ਜਿਸ ਮਾਇਆ ਦੀ ਖਾਤਰ, ਜਿਸ ਪੈਸੇ ਨੂੰ ਇਕੱਠਾ ਕਰਨ ਵਾਸਤੇ ਮਨੁੱਖ ਵਿਕਾਰਾਂ ਵਿੱਚ ਲੱਗਿਆ ਰਹਿੰਦਾ, ਜਾ ਕੇ ਕੀਨੇ ਹੋਤ ਬਿਕਾਰ, ਬਹੁਤ ਤਰ੍ਹਾਂ ਦੇ ਕੰਮ ਕਰਦਾ, ਬਹੁਤ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਕੇ, ਚਲਾਕੀਆਂ ਕਰਕੇ ਪੈਸਾ ਇਕੱਠਾ ਕਰਦਾ, ਪਾਪ ਕਰ ਕਰਕੇ ਪੈਸਾ ਇਕੱਠਾ ਕਰਦਾ। ਸੇ ਛੋੜ ਚੱਲਿਆ ਖਿਨ ਮਹਿ ਗਵਾਰ, ਗੁਰੂ ਜੀ ਨੇ ਗਵਾਰ ਕਿਹਾ, ਮੂਰਖ ਕਿਹਾ। ਮੂਰਖ ਬੰਦਾ ਇੱਕ ਛਿਨ ਵਿੱਚ ਉਹ ਸਭ ਚੀਜ਼ਾਂ ਇੱਥੇ ਛੱਡ ਕੇ ਚਲਾ ਜਾਂਦਾ। ਗੁਰੂ ਜੀ ਕਹਿੰਦੇ ਭਾਈ ਤੂੰ ਸਮਝ ਜਾ, ਜੋ ਤੂੰ ਚਲਾਕੀਆਂ ਫਲਾਕੀਆਂ ਕਰਕੇ, ਜੋ ਠੱਗੀਆਂ ਮਾਰ ਕੇ ਤੂੰ ਪੈਸਾ ਇਕੱਠਾ ਕਰ ਰਿਹਾ ਹੈ, ਤੂੰ ਆਪਣਾ ਸਮਝ ਰਿਹਾ ਹੈ, ਤੂੰ ਇਹਦੇ ਵਿੱਚੋਂ ਸੁੱਖ ਕਹਿੰਦਾ ਵੀ ਮੈਨੂੰ ਮਿਲੂਗਾ,
ਪਰ ਪਤਾ ਹੀ ਨਹੀਂ ਤੇਰਾ ਕਦੋਂ ਸਵਾਸ ਤੇਰੇ ਖਤਮ ਹੋ ਜਾਣ, ਕਦੋਂ ਉਹ ਗੁਰੂ ਘਰੋਂ ਤੈਨੂੰ ਸੱਦਾ ਆ ਜੇ, ਉਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਦਾ ਤੈਨੂੰ ਸੱਦਾ ਆ ਜੇ ਜਿਸ ਨੇ ਤੈਨੂੰ ਇੱਥੇ ਭੇਜਿਆ। ਜੇ ਉਹ ਤੈਨੂੰ ਭੇਜ ਸਕਦਾ ਤਾਂ ਉਹ ਤੈਨੂੰ ਬੁਲਾ ਵੀ ਸਕਦਾ ਭਾਈ। ਤੂੰ ਆਪਣੇ ਜਾਣ ਦਾ ਵੀ ਧਿਆਨ ਰੱਖ ਵੀ ਮੈਂ ਜਾਣਾ ਤੇ ਨਾਲ ਕੀ ਜਾਣਾ ਤੇਰੇ। ਆਹ ਜਿਹੜੀ ਮਾਇਆ ਇਕੱਠੀ ਕਰਦਾ, ਇੱਕ ਛਿਨ ਵਿੱਚ, ਇੱਕ ਪਲ ਵਿੱਚ, ਅੱਖ ਝਮਕਣ ਦੇ ਸਮਾਂ ਨਹੀਂ ਲੱਗਣਾ। ਇਹ ਸਭ ਕੁਝ ਇੱਥੇ ਛੱਡ ਕੇ ਤੈਨੂੰ ਹੱਥ ਝਾੜ ਕੇ ਜਾਣਾ ਪੈ ਜਾਣਾ। ਗੁਰੂ ਜੀ ਕਹਿੰਦੇ ਐ ਪਾਗਲ, ਐ ਮੂਰਖ, ਤੂੰ ਇੱਕ ਛਿਨ ਵਿੱਚ ਇਹ ਸਭ ਕੁਝ ਇੱਥੇ ਛੱਡ ਕੇ ਚਲਾ ਜਾਏਗਾ ਜਿਸ ਨੂੰ ਤੂੰ ਸਾਰੀ ਉਮਰ ਲਾਤੀ ਇਕੱਠੇ ਕਰਨ ਵਾਸਤੇ, ਜਿਸ ਦੇ ਲਾਲਚ ਕਰਕੇ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਜੋ ਹਰ ਟਾਈਮ ਤੇਰੇ ਹਿਰਦੇ ਵਿੱਚ ਹੈ, ਜਿਸ ਦੀ ਕਿਰਪਾ ਨਾਲ ਤੈਨੂੰ ਸਭ ਕੁਝ ਮਿਲਿਆ, ਧੀਆਂ ਪੁੱਤ ਮਿਲਿਆ, ਘਰ ਮਿਲਿਆ, ਤੈਨੂੰ ਮਾਂ ਬਾਪ ਮਿਲਿਆ। ਵਾਹਿਗੁਰੂ, ਤੂੰ ਉਸ ਨੂੰ ਯਾਦ ਨਹੀਂ ਕੀਤਾ। ਗੁਰੂ ਜੀ ਕਹਿੰਦੇ ਭਾਈ ਯਾਦ ਤੂੰ ਕਿਉਂ ਨਹੀਂ ਕੀਤਾ? ਤੂੰ ਮਾਇਆ ਵਿੱਚ ਫਸ ਗਿਆ, ਮਾਇਆ ਦੇ ਲਾਲਚ ਵਿੱਚ ਫਸ ਗਿਆ, ਉਹ ਧੀਆਂ ਪੁੱਤਾਂ ਵਿੱਚ ਫਸ ਗਿਆ, ਤਾਂ ਕਰਕੇ ਤੂੰ ਉਹ ਪ੍ਰਭੂ ਪਰਮਾਤਮਾ ਨੂੰ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਤਾਰ। ਗੁਰੂ ਜੀ ਕਹਿੰਦੇ ਪਰ ਇਹ ਜੋ ਕੁਛ ਵੀ ਤੈਨੂੰ ਦਿਸ ਰਿਹਾ ਹੈ, ਇਹ ਪਾਗਲ ਮਨੁੱਖ, ਤੂੰ ਤੇਥੋਂ ਇੱਕ ਛਿਨ ਵਿੱਚ ਇਹ ਪਰਾਇਆ ਹੋ ਜਾਣਾ ਤੇ ਜਿਹੜਾ ਤੇਰੇ ਨਾਲ ਸਦਾ ਰਹਿਣ ਵਾਲਾ ਤੂੰ ਉਹਨੂੰ ਯਾਦ ਕਰ ਭਾਈ। ਤੂੰ ਉਦੋਂ ਹਮੇਸ਼ਾ ਆਪਣੇ ਅੰਦਰ ਵੇਖ। ਮਾਇਆ ਮੋਹ ਬਹੁ ਭਰਮਿਆ, ਕਿਰਤ ਰੇਖ ਕਰ ਕਰਮਿਆ, ਕਰਨੇ ਹਾਰ ਅਲਪਤ ਆਪ, ਨਹੀਂ ਲੇਪ ਪ੍ਰਭ ਪੁੰਨ ਪਾਪ। ਮਾਇਆ ਮੋਹ ਬਹੁ ਭਰਮਿਆ। ਮਾਇਆ ਦੇ ਮੋਹ ਕਾਰਨ ਜੀਵ ਬਹੁਤ ਭਟਕਦਾ ਹੈ, ਪਰ ਉਹ ਆਪਣੀ ਤਕਦੀਰ ਮੁਤਾਬਕ ਕਰਮ ਕਰੀ ਜਾਂਦਾ ਹੈ। ਉਹ ਕਰਤਾਰ ਆਪ ਮਾਇਆ ਦੇ ਮੋਹ ਤੋਂ ਨਿਰਲੇਪ ਹੈ। ਉਸ ਪ੍ਰਭੂ ਉੱਤੇ ਪੁੰਨ ਪਾਪ ਦਾ ਕੋਈ ਪ੍ਰਭਾਵ ਨਹੀਂ। ਗੁਰੂ ਜੀ ਕਹਿੰਦੇ ਮਾਇਆ ਮੋਹ ਬਹੁਤ ਭਰਮਿਆ। ਮਾਇਆ ਦੇ ਮੋਹ ਵਿੱਚ ਮਨੁੱਖ ਭਟਕਦਾ ਫਿਰਦਾ, ਬਹੁਤ ਜੂਨਾਂ ਦੇ ਵਿੱਚ ਵਾਰ-ਵਾਰ ਆਉਂਦਾ ਜਾਂਦਾ। ਕਿਰਤ ਰੇਖ ਕਰ ਕਰਮੇ, ਜਿਵੇਂ ਉਸ ਪ੍ਰਭੂ ਪਰਮਾਤਮਾ ਨੇ ਇਸ ਦਾ ਕਰਮ ਲਿਖੇ ਹੁੰਦੇ ਆ, ਕਰਮਾਂ ਅਨੁਸਾਰ ਇਹ ਆਪਣੇ ਕਰਮਾਂ ਅਨੁਸਾਰ ਕਰੀ ਜਾਂਦਾ। ਗੁਰੂ ਜੀ ਕਹਿੰਦੇ ਕਰਨੇ ਹਰ ਅਲਪਤ ਆਪ, ਨਹਿ ਲੇਪ ਪ੍ਰਭ ਪੁੰਨ ਪਾਪ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਕੁਛ ਕਰਨ ਕਰਾਵਨ ਦੇ ਯੋਗ ਹੈ, ਪਰ ਆਪ ਉਹ ਮਾਇਆ ਦੇ ਮੋਹ ਵਿੱਚ ਨਹੀਂ ਫਸਦਾ, ਆਪ ਨਿਰਲੇਪ ਹੈ। ਨਹਿ ਲੇਪ ਪ੍ਰਭ ਪੁੰਨ ਪਾਪ, ਉਹ ਪੁੰਨਾਂ ਪਾਪਾਂ ਤੋਂ, ਉਹ ਮਾਇਆ ਦੇ ਬੰਧਨਾਂ ਤੋਂ ਆਪ ਨਿਰਲੇਪ ਹੈ। ਉਹ ਵਾਹਿਗੁਰੂ, ਉਹ ਅਕਾਲ ਪੁਰਖ, ਉਹ ਨਿਰੰਕਾਰ ਆਪ ਨਿਰਲੇਪ ਬੈਠਾ ਹੈ। ਰਾਖ ਲਿਹੋ ਗੋਬਿੰਦ ਦਿਆਲ, ਤੇਰੀ ਸ਼ਰਨ ਪੂਰਨ ਕਿਰਪਾਲ, ਤੁਧ ਬਿਨ ਦੂਜਾ ਨਾਹੀ ਠਾਓ, ਕਰ ਕਿਰਪਾ ਪ੍ਰਭ ਦੇਹੋ ਨਾਓ। ਹੇ ਸੱਚੇ ਪਿਤਾ ਵਾਹਿਗੁਰੂ, ਹੇ ਦਿਆਲੂ ਗੋਬਿੰਦ, ਹੇ ਅਕਾਲ ਪੁਰਖ, ਹੇ ਪੂਰਨ ਕਿਰਪਾ ਕਰਨ ਵਾਲੇ ਸੱਚੇ ਪਿਤਾ, ਮੈਂ ਤੇਰੀ ਸ਼ਰਨ ਆ ਗਿਆ ਹਾਂ। ਵਾਹਿਗੁਰੂ, ਮੈਨੂੰ ਸੰਸਾਰ ਦੇ ਮੋਹ ਤੋਂ ਬਚਾ ਲਾ ਸੱਚੇ ਪਿਤਾ, ਮੈਨੂੰ ਇਹਨਾਂ ਬੰਧਨਾਂ ਤੋਂ ਬਚਾ ਲਾ। ਵਾਹਿਗੁਰੂ, ਤੇਰੇ ਬਗੈਰ ਮੇਰਾ ਹੋਰ ਕੋਈ ਟਿਕਾਣਾ ਨਹੀਂ। ਵਾਹਿਗੁਰੂ, ਹੇ ਪ੍ਰਭੂ, ਕਿਰਪਾ ਕਰਕੇ ਮੈਨੂੰ ਆਪਣਾ ਨਾਮ ਬਖਸ਼ ਦੇ ਸੱਚੇ ਪਿਤਾ ਜੀਓ। ਹੇ ਦਿਆਲੂ ਪਿਤਾ, ਹੇ ਕਿਰਪਾਲੂ ਪਿਤਾ, ਹੇ ਸਭ ਤੋਂ ਵੱਡੇ ਮੇਰੇ ਗੋਬਿੰਦ, ਹੇ ਸੱਚੇ ਪਿਤਾ ਜੀਓ, ਕਿਰਪਾ ਕਰਕੇ ਮੈਨੂੰ ਰੱਖ ਲੋ। ਵਾਹਿਗੁਰੂ, ਰਾਖ ਲਿਓ ਗੋਬਿੰਦ ਦਿਆਲ, ਹੇ ਦਿਆਲੂ ਪਿਤਾ, ਹੇ ਦਇਆ ਦੇ ਸਮੁੰਦਰ, ਕਿਰਪਾ ਕਰਕੇ ਮੈਨੂੰ ਔਗੁਣਾਂ ਦੇ ਭਰੇ ਹੋਏ ਨੂੰ ਰੱਖ ਲਾ ਸੱਚੇ ਪਾਤਸ਼ਾਹ। ਤੇਰੀ ਸ਼ਰਨ ਪੂਰਨ ਕਿਰਪਾਲ, ਹੇ ਪੂਰੇ ਹੋਏ ਵਾਹਿਗੁਰੂ, ਹਰ ਇੱਕ ਦੇ ਅੰਦਰ ਰਮੇ ਹੋਏ ਸੱਚੇ ਪਿਤਾ, ਸਭ ਕੁਛ ਕਰਨ ਕਰਾਵਨ ਦੇ ਯੋਗ ਵਾਹਿਗੁਰੂ, ਤੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ। ਨਿਰੰਕਾਰ ਅਕਾਲ ਪੁਰਖ, ਤੁਸੀਂ ਸਭ ਕੁਛ ਕਰ ਸਕਦੇ ਆ, ਤੁਸੀਂ ਪੂਰਨ ਹੋ ਸੱਚੇ ਪਿਤਾ ਜੀਓ। ਤੁਸੀਂ ਪਹਿਲਾਂ ਵੀ ਸੀ, ਤੁਸੀਂ ਹੁਣ ਵੀ ਆ, ਤੁਸੀਂ ਆਉਣ ਵਾਲੇ ਸਮੇਂ 'ਚ ਵੀ ਹੋਵੋਗੇ। ਵਾਹਿਗੁਰੂ, ਮੈਨੂੰ ਬਖਸ਼ ਲਾ ਅਕਾਲ ਪੁਰਖ, ਮੈਨੂੰ ਬਖਸ਼ ਲਾ, ਮੈਂ ਤੇਰੀ ਸ਼ਰਨ ਆ ਗਿਆ ਹਾਂ। ਤੇਰੇ ਤੋਂ ਬਿਨਾਂ ਹੋਰ ਦੂਜਾ ਕੋਈ ਥਾਂ ਨਹੀਂ। ਵਾਹਿਗੁਰੂ, ਜਿੱਥੇ ਮੈਂ ਜਾ ਕੇ ਮਿੰਨਤ ਤਰਲੇ ਕਰਾਂ, ਜਿੱਥੇ ਮੈਨੂੰ ਜਾ ਕੇ ਕੋਈ
ਕਿਸੇ ਦਾ ਓਟ ਆਸਰਾ ਮਿਲ ਜੂ। ਇੱਕ ਤੂੰ ਹੀ ਹੈ ਨਿਮਾਣਿਆਂ ਦੇ ਮਾਨ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ। ਮੈਨੂੰ ਰੱਖ ਲਾ, ਮੈਨੂੰ ਬਖਸ਼ ਲਾ, ਮੈਨੂੰ ਆਪਣੇ ਚਰਨਾਂ ਨਾਲ ਲਾ ਲਾ। ਸੱਚੇ ਪਿਤਾ ਜੀਓ, ਤੁਹਾਡੇ ਤੋਂ ਬਿਨਾਂ ਕੋਈ ਦੂਜੀ ਜਗ੍ਹਾ ਹੀ ਨਹੀਂ। ਸੱਚੇ ਪਾਤਸ਼ਾਹ, ਦੂਜਾ ਨਾ ਹੀ ਠਾਓ, ਤੁਧ ਬਿਨ ਦੂਜਾ ਨਾ ਹੀ ਠਾਓ। ਹੇ ਵਾਹਿਗੁਰੂ, ਹੋਰ ਕੋਈ ਥਾਂ ਨਹੀਂ। ਅਕਾਲ ਪੁਰਖ ਨਿਰੰਕਾਰ, ਇੱਕ ਤੂੰ ਹੀ ਹੈ ਸਾਰਿਆਂ ਨੂੰ ਰੱਖਣ ਵਾਲਾ। ਸੱਚੇ ਪਿਤਾ, ਮੈਨੂੰ ਵੀ ਭੁੱਲੇ ਭਟਕੇ ਨੂੰ ਆਪਣੇ ਚਰਨੀ ਲਾ। ਵਾਹਿਗੁਰੂ, ਪਾਪੀ ਨੂੰ ਆਪਣੇ ਚਰਨੀ ਲਾ। ਸੱਚੇ ਪਿਤਾ, ਕਰ ਕਿਰਪਾ ਪ੍ਰਭ ਦੇਹੋ ਨਾਓ। ਹੇ ਵਾਹਿਗੁਰੂ, ਕਿਰਪਾ ਕਰਕੇ ਮੈਨੂੰ ਸਿਰਫ ਤੇ ਸਿਰਫ ਆਪਣਾ ਨਾਮ ਦੇ ਦੇ। ਸੱਚੇ ਪਿਤਾ, ਤੇਰਾ ਨਾਮ ਮਿਲ ਜੇ। ਵਾਹਿਗੁਰੂ, ਹਮੇਸ਼ਾ ਤੇਰੇ ਨਾਮ ਵਿੱਚ ਲੱਗੇ ਰਹੀਏ। ਸੱਚੇ ਪਿਤਾ ਜੀਓ, ਤੂੰ ਕਰਤਾ, ਤੂੰ ਕਰਨਹਾਰ, ਤੂੰ ਉੱਚਾ, ਤੂੰ ਬਹੁ ਅਪਾਰ। ਕਰ ਕਿਰਪਾ ਲੜ ਲੇਹੋ ਲਾਏ, ਨਾਨਕ ਦਾਸ ਪ੍ਰਭ ਕੀ ਸਰਨਾਏ। ਤੂੰ ਸਭ ਕੁਛ ਕਰਨ ਕਰਾਵਨ ਦੇ ਯੋਗ ਹੈ। ਵਾਹਿਗੁਰੂ, ਤੂੰ ਹੀ ਕਰ ਰਿਹਾ ਤੇ ਤੂੰ ਹੀ ਕਰਨ ਦੇ ਯੋਗ ਹੈ। ਸੱਚੇ ਪਿਤਾ, ਸਭ ਕੁਛ ਤੇਰੇ ਕੀਤਿਆਂ ਹੀ ਹੁੰਦਾ ਹੈ। ਵਾਹਿਗੁਰੂ, ਤੂੰ ਸਭ ਕੁਛ ਕਰ ਸਕਣ ਵਾਲਾ ਹੈ, ਤਾਂ ਹੀ ਤੇਰੇ ਦਰ ਤੇ ਆ ਕੇ ਮੰਗਤੇ ਬਣੇ ਆ। ਵਾਹਿਗੁਰੂ, ਤੂੰ ਸਭ ਕੁਛ ਕਰਨ ਦੇ ਸਮਰੱਥ ਹੈ। ਵਾਹਿਗੁਰੂ, ਤੂੰ ਉੱਚਾ ਹੈ। ਸੱਚੇ ਪਿਤਾ, ਤੂੰ ਸਭ ਤੋਂ ਉੱਚਾ ਹੈ। ਤੂੰ ਬਾਦਸ਼ਾਹ ਦਾ ਵੀ ਬਾਦਸ਼ਾਹ ਹੈ। ਵਾਹਿਗੁਰੂ, ਤੂੰ ਬਹੁਤ ਵੱਡਾ ਹੈ। ਸੱਚੇ ਪਿਤਾ, ਦੱਸਿਆ ਨਹੀਂ ਜਾ ਸਕਦਾ। ਤੂੰ ਬੇਅੰਤ, ਤੂੰ ਬੇਅੰਤ, ਤੂੰ ਬੇਅੰਤ। ਵਾਹਿਗੁਰੂ, ਕਿਰਪਾ ਕਰਕੇ ਮੈਨੂੰ ਆਪਣੇ ਲੜ ਲਾਈ ਰੱਖੋ। ਸੱਚੇ ਪਿਤਾ ਜੀਓ, ਦਾਸ ਨਾਨਕ ਪ੍ਰਭੂ ਦੀ ਸ਼ਰਨ ਆਇਆ ਹੈ। ਹੇ ਸੱਚੇ ਪਿਤਾ ਵਾਹਿਗੁਰੂ, ਮਿਹਰ ਕਰੋ। ਸੱਚੇ ਪਿਤਾ ਜੀਓ, ਸਾਨੂੰ ਵੀ ਆਪਣੇ ਚਰਨਾਂ ਨਾਲ ਲਾਓ। ਚਰਨਾਂ ਦੇ ਵਿੱਚ ਜਗ੍ਹਾ ਦਿਓ। ਸੱਚੇ ਪਿਤਾ, ਇਸ ਹਿਰਦੇ ਵਿੱਚੋਂ ਤੁਹਾਨੂੰ ਵੇਖਣਾ ਆ ਜੇ। ਨਾਮ ਦੀ ਦਾਤ ਦਿਓ। ਸੱਚੇ ਪਿਤਾ ਜੀਓ, ਨਾਮ ਜਪਣਾ ਆ ਜੇ, ਨਾਮ ਸੁਣਨਾ ਆ ਜੇ। ਵਾਹਿਗੁਰੂ, ਸੁਣ ਕੇ ਆਪਣੀ ਜ਼ਿੰਦਗੀ 'ਤੇ ਲਾਗੂ ਕਰੀਏ। ਵਾਹਿਗੁਰੂ, ਮਿਹਰ ਕਰੋ, ਮਿਹਰ ਕਰੋ, ਮਿਹਰਾਂ ਦੇ ਦਾਤੇ ਦਿਆ ਕਰੋ। ਸੱਚੇ ਪਿਤਾ ਜੀ, ਗੁਰਬਾਣੀ ਪੜ੍ਹਦਿਆਂ, ਸ਼ਬਦ ਦੀ ਵਿਚਾਰ ਕਰਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ। ਗੁਰੂ ਤੇ ਸੰਗਤ ਬਖਸ਼ਣ ਦੇ ਯੋਗ ਹੈ ਜੀ, ਬਖਸ਼ ਲੈਣਾ। ਹੇ ਸੱਚੇ ਪਿਤਾ ਅਕਾਲ ਪੁਰਖ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੀ ਤਾਕਤ ਬਖਸ਼ਣੀ। ਵਾਹਿਗੁਰੂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੋਈ ਅਵਰ ਨ ਤੇਰੀ ਪਾਤੇ, ਅਵਰ ਨ ਤੇਰੀ ਪਾਤੇ।